ਗੈਂਗਸਟਰ ਦੀਪਕ ਟੀਨੂ ਪੁਲਿਸ ਨੂੰ ਜਿਹੜੇ ਬਿਆਨ ਦੇ ਕੇ ਗਿਆ ਉਹ ਹੈਰਾਨ ਕਰਨ ਵਾਲੇ ਆ। ਤੁਸੀਂ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। 44 ਪਰਚੇ ਇਸ ਦੇ ਉੱਪਰ ਆ ਔਰ ਨਿੱਕੀਆਂ ਗੱਲਾਂ ਨੂੰ ਲੈ ਕੇ ਵੀ ਇਸਨੇ ਬੰਦੇ ਮਾਰ ਦਿੱਤੇ ਆ। ਦਸੰਬਰ 2021 ਦੇ ਵਿੱਚ ਲਾਰੈਂਸ ਬਿਸ਼ਨੋਈ ਦੀਪਕ ਟੀਨੂ ਨੂੰ ਫੋਨ ਕਰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਹੈ। ਦੀਪਕ ਟੀਨੂ ਨੇ ਆਪਦੇ ਦੋ ਫੋਨਾਂ ਤੋਂ, ਇੱਕ ਤੋਂ ਗੋਲਡੀ ਬਰਾੜ ਨੂੰ ਫੋਨ ਲਗਾਇਆ, ਦੂਜੇ ਤੋਂ ਲਾਰੈਂਸ ਬਿਸ਼ਨੋਈ ਨੂੰ ਫੋਨ ਲਗਾਇਆ ਤੇ ਉਹਨਾਂ ਨੂੰ ਆਪਸ ਦੇ ਵਿੱਚ ਰਬੜਾਂ ਦੇ ਨਾਲ ਬੰਨ੍ਹ ਕੇ ਬਾਕਸ ਦੇ ਵਿੱਚ ਰੱਖ ਲੈਂਦੇ ਨੇ, ਆਪਸ ਦੇ ਵਿੱਚ ਗੱਲਾਂ ਕਰੀ ਜਾਂਦੇ ਨੇ। ਦੀਪਕ ਟੀਨੂ ਉਸ ਦਾ ਜਵਾਬ ਦਿੰਦਾ ਕਿ ਇੰਨੇ ਵੱਡੇ ਕੰਮ ਲਈ ਮੇਰੇ ਕੋਲ ਕੋਈ ਸ਼ੂਟਰ ਨਹੀਂ ਹੈ। ਜਿੱਦੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ 29 ਮਈ ਨੂੰ, ਉਸ ਦਿਨ ਇਹ ਕਹਿੰਦਾ ਕਿ ਜੇਲ੍ਹ ਦੇ ਵਿੱਚ ਪੂਰਾ ਰੌਲਾ ਪਿਆ ਤੇ ਉਸ ਤੋਂ ਬਾਅਦ ਇਸ ਨੂੰ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਜੇਲ੍ਹ ਦੇ ਵਿੱਚ ਇਸ ਨੂੰ ਪਤਾ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਤਾਂ ਇਹ ਕਹਿੰਦਾ ਕਿ ਮੈਂ ਸਭ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ। ਪ੍ਰਿਆਵਰਤ ਫੌਜੀ ਦੱਸਦਾ ਹੈ ਕਿ ਸਾਡੇ ਨੇੜੇ ਤੇੜੇ ਲੱਗਦਾ ਸ਼ੱਕ ਹੋ ਗਿਆ ਕਿ ਕਿਸੇ ਨੂੰ, ਕਿਉਂਕਿ ਉਹ ਬੰਦਾ ਨੇੜੇ ਤੇੜੇ ਕਹਿੰਦਾ ਇਸ ਰਿਹਾਇਸ਼ ਦੇ ਨੇੜੇ ਘੁੰਮਦਾ ਤਾਂ ਦੀਪਕ ਟੀਨੂ ਨੇ ਕਿਹਾ ਕਿ ਕੋਈ ਨਹੀਂ, ਫਿਰ ਇਹਨੂੰ ਵੀ ਚੁੱਕ ਦਿਓ, ਇਹਦਾ ਵੀ ਕੰਮ ਕਰ ਦਿਓ। ਵਿੱਕੀ ਗੌਂਡਰ ਦਾ ਵੀ ਇਸ ਗੈਂਗਸਟਰ ਨੇ ਜੇਲ੍ਹ ਦੇ ਵਿੱਚ ਸਿਰ ਪਾੜ ਦਿੱਤਾ ਸੀ। ਦੋ ਫੋਨ ਸੀ ਲਾਰੈਂਸ ਬਿਸ਼ਨੋਈ ਕੋਲ ਤਿਹਾੜ ਜੇਲ੍ਹ 'ਚ, ਇੱਕ ਛੋਟਾ ਮੋਬਾਈਲ ਕੀਪੈਡ ਵਾਲਾ ਤੇ ਦੂਸਰਾ ਸਮਾਰਟਫੋਨ। 2016 'ਚ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਵਿੱਚ ਦੀਪਕ ਟੀਨੂ ਦੀ ਦੋਸਤੀ ਹੁੰਦੀ ਹੈ। ਪ੍ਰਿਆਵਰਤ ਫੌਜੀ ਨੂੰ ਇਹਨਾਂ ਨੇ ਇੱਕ ਮੇਨ ਸ਼ੂਟਰ ਮੰਨਿਆ ਸੀ ਸਿੱਧੂ ਮੂਸੇਵਾਲਾ ਦੇ ਕਤਲ ਦਾ। ਵਿੱਕੀ ਗੌਂਡਰ ਦਾ ਜਿਹੜਾ ਗੈਂਗਸਟਰ ਸੀ ਉਹਦੀ ਰੈਕੀ ਕਰਨ ਵਾਸਤੇ, ਉਹਨੂੰ ਮਾਰਨ ਵਾਸਤੇ ਸੰਪਤ ਮਹਿਰਾ ਦੇ ਨਾਲ ਆਇਆ ਸੀ ਮੋਹਾਲੀ। ਫਿਰ ਉੱਥੇ ਇਹ ਪਿੰਚੀ ਦਾ ਕਤਲ ਕਰਦੇ। ਇੰਡੈਵਰ ਗੱਡੀ ਸੀ ਇਹਨਾਂ ਦੇ ਕੋਲੇ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਗੈਂਗਸਟਰ ਦੀਪਕ ਟੀਨੂ ਮਾਨਸਾ ਪੁਲਿਸ ਤੋਂ ਫਰਾਰ ਹੋ ਗਿਆ ਔਰ ਵੱਡੇ ਸਵਾਲ ਖੜੇ ਕਰ ਗਿਆ ਹੈ ਪੰਜਾਬ ਪੁਲਿਸ ਦੇ ਉੱਪਰ। ਪਰ ਸਾਡੇ ਕੋਲ ਇਹੋ ਜਿਹੀ ਜਾਣਕਾਰੀ ਲੱਗੀ ਹੈ, ਗੈਂਗਸਟਰ ਦੀਪਕ ਟੀਨੂ ਪੁਲਿਸ ਨੂੰ ਜਿਹੜੇ ਬਿਆਨ ਦੇ ਕੇ ਗਿਆ ਉਹ ਹੈਰਾਨ ਕਰਨ ਵਾਲੇ ਆ। ਤੁਸੀਂ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ, ਕਿਉਂਕਿ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਨੇ ਸਭ ਤੋਂ ਪਹਿਲਾਂ ਗੈਂਗਸਟਰ ਦੀਪਕ ਟੀਨੂ ਦਾ ਸਾਥ ਮੰਗਿਆ ਸੀ, ਪਰ ਇਸ ਨੇ ਹੱਥ ਖੜੇ ਕਰ ਦਿੱਤੇ। ਕਹਿੰਦਾ ਕਿ ਇੰਨਾ ਵੱਡਾ ਕੰਮ ਕਰਨ ਲਈ ਮੇਰੇ ਕੋਲ ਸ਼ੂਟਰ ਹੈ ਨਹੀਂ, ਮੇਰੇ ਕੋਲ ਬੰਦੇ ਹੈ ਨਹੀਂ। ਪੂਰਾ ਕੇਸ ਦੇ ਵਿੱਚ ਇਸ ਨੇ ਬਿਆਨ ਕੀ ਲਿਖਵਾਏ ਆ, 44 ਪਰਚੇ ਇਸ ਦੇ ਉੱਪਰ ਆ ਔਰ ਨਿੱਕੀਆਂ ਗੱਲਾਂ ਨੂੰ ਲੈ ਕੇ ਵੀ ਇਸ ਨੇ ਬੰਦੇ ਮਾਰ ਦਿੱਤੇ ਆ। ਇੰਨਾ ਖਤਰਨਾਕ ਤੇ ਖੂੰਖਾਰ ਗੈਂਗਸਟਰ ਹੈ ਜਿਸ ਨੇ ਪਹਿਲਾ ਪਰਚਾ ਇਸ ਤੇ ਦਰਜ ਕਰਵਾਇਆ ਸੀ, ਉਸ ਬੰਦੇ ਦਾ ਵੀ ਇਸ ਗੈਂਗਸਟਰ ਨੇ ਕਤਲ ਕਰ ਦਿੱਤਾ ਤੇ ਆਪਣਾ ਬਦਲਾ ਪੂਰਾ ਕਰ ਲਿਆ। ਹੋਰ ਤੇ ਹੋਰ ਵਿੱਕੀ ਗੌਂਡਰ ਦਾ ਵੀ ਇਸ ਗੈਂਗਸਟਰ ਨੇ ਜੇਲ੍ਹ ਦੇ ਵਿੱਚ ਸਿਰ ਪਾੜ ਦਿੱਤਾ ਸੀ ਤੇ ਉਸ ਦਾ ਹੱਥ ਵੀ ਤੋੜ ਦਿੱਤਾ ਸੀ। ਤਾਂ ਇਸ ਕਰਕੇ ਵਿੱਕੀ ਗੌਂਡਰ ਦੀ ਗੈਂਗ ਦੇ ਨਾਲ ਇਸ ਦੀ ਬਣਦੀ ਨਹੀਂ। ਪੂਰੀ ਜਾਣਕਾਰੀ ਜਿਹੜੀ ਹੈ ਸਿਰਫ ਪ੍ਰੋ ਪੰਜਾਬ ਟੀਵੀ ਤੁਹਾਨੂੰ ਦੇਗਾ। ਔਰ ਮਨਦੀਪ ਜੋਤ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਨੇ। ਮਨਦੀਪ, ਪੂਰੀ ਜਾਣਕਾਰੀ ਮੈਂ ਚਾਹੂੰਗਾ ਕਿ ਸਿੱਧੂ ਮੂਸੇਵਾਲਾ ਦਾ ਕੇਸ ਦਾ ਜਿਹੜਾ ਪੂਰਾ ਮਸਲਾ ਹੈ, ਇਸ ਕੇਸ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਨੇ, ਜਿਵੇਂ ਕਿ ਤੁਸੀਂ ਜਾਣਕਾਰੀ ਦਿੱਤੀ, ਸਭ ਤੋਂ ਪਹਿਲਾਂ ਇਸ ਨੂੰ ਹੀ ਫੋਨ ਕੀਤਾ ਗਿਆ। ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਕੋਲ ਫੋਨ ਅਸੀਂ ਦੇਖਦੇ ਹਾਂ ਕਿ ਕਦੇ ਕਿਸੇ ਜੇਲ੍ਹ 'ਚੋਂ ਫੜਿਆ ਜਾਂਦਾ। ਸਭ ਤੋਂ ਪਹਿਲਾਂ ਤਾਂ ਚਾਹੂੰਗਾ ਇਸ ਕੇਸ ਤੇ ਅਸੀਂ ਗੱਲ ਕਰੀਏ ਕਿ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਕਿਵੇਂ ਲਾਰੈਂਸ ਨੇ ਇਸ ਨੂੰ ਫੋਨ ਕੀਤਾ ਔਰ ਪੂਰੀ ਕਨਵਰਸੇਸ਼ਨ ਕੀ ਹੋਈ, ਕਿਵੇਂ ਗੋਲਡੀ ਨਾਲ ਗੱਲ ਹੋਈ, ਕਿਵੇਂ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਸ਼ੁਰੂਆਤ ਕਿਵੇਂ ਹੋਈ? ਤਾਂ ਵਿਕਰਮ, ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ 29 ਮਈ ਨੂੰ, ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਚੱਲਦੀਆਂ ਨੇ ਕਿ ਲਾਰੈਂਸ ਗੈਂਗ ਦਾ ਨਾਮ ਆਉਂਦਾ ਤੇ ਸਾਰੇ ਵੱਡੇ ਤਮਾਮ ਜਿੰਨੇ ਵੀ ਲਾਰੈਂਸ ਗੈਂਗ ਦੇ ਗੁਰਗੇ ਨੇ ਸਾਰਿਆਂ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਪੰਜਾਬ ਲਿਆਂਦਾ ਜਾਂਦਾ, ਚਾਹੇ ਲਾਰੈਂਸ ਬਿਸ਼ਨੋਈ ਹੋਵੇ, ਚਾਹੇ ਗੋਲਡੀ ਬਰਾੜ ਹੋਵੇ ਤੇ ਚਾਹੇ ਦੀਪਕ ਟੀਨੂ ਤੇ ਚਾਹੇ ਸੰਪਤ ਮਹਿਰਾ ਵਰਗੇ ਹੋਣ। ਕਿਉਂਕਿ ਲਾਰੈਂਸ ਬਿਸ਼ਨੋਈ ਦਾ ਗੈਂਗ ਪਹਿਲੇ ਦਿਨ ਤੋਂ ਹੀ ਜਦੋਂ ਐਕਟਿਵ ਸੀ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਸੀ। ਤਾਂ ਦੱਸਦੇ ਕਿ 2020 ਦੇ ਲਗਭਗ ਜਿਹੜਾ ਹੈ ਸਿੱਧੂ ਮੂਸੇਵਾਲਾ ਨੂੰ ਥ੍ਰੈਟ ਆਉਣੇ ਸ਼ੁਰੂ ਹੋ ਗਏ ਸੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਵਾਰ ਸਿੱਧੂ ਮੂਸੇਵਾਲੇ ਨੂੰ ਬੁਲਾਇਆ ਸੀ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ ਤੇ ਬੁਲਾ ਕੇ ਇਹ ਗੱਲ ਕਹੀ ਸੀ ਕਿ ਉਸ ਦੇ ਉੱਪਰ ਹਮਲਾ ਹੋ ਸਕਦਾ, ਕਦੋਂ ਵੀ ਉਸ ਦੇ ਉੱਪਰ ਹਮਲਾ ਹੋ ਸਕਦਾ ਤੇ ਉਸ ਨੂੰ ਆਪਣੀ ਤਿਆਰੀ ਜਿਹੜੀ ਹੈ, ਉਸ ਨੂੰ ਆਪਣੀ ਸਿਕਿਉਰਿਟੀ ਜਿਹੜੀ ਹੈ ਰੱਖਣੀ ਚਾਹੀਦੀ ਹੈ। ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਆਪਣੀ ਗੱਡੀ ਫੋਰਚੂਨਰ ਨੂੰ ਬੁਲਟ ਪ੍ਰੂਫ ਕਰਾਉਂਦਾ ਹੈ ਤੇ ਉਸ ਤੋਂ ਬਾਅਦ ਸ਼ੋਅ ਲਾਉਣ ਦੇ ਲਈ ਬਾਹਰ ਨਿਕਲ ਜਾਂਦਾ ਹੈ। ਤਾਂ ਦੀਪਕ ਟੀਨੂ ਜਦੋਂ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਉਂਦੀ ਹੈ ਪੰਜਾਬ ਪੁਲਿਸ ਦਾ, ਦੀਪਕ ਟੀਨੂ ਪਹਿਲੀ ਗੱਲ ਇਹ ਮੰਨਿਆ ਹੈ, ਉਸਨੇ ਦੱਸਿਆ ਕਿ ਦਸੰਬਰ 2021 ਦੇ ਵਿੱਚ ਲਾਰੈਂਸ ਬਿਸ਼ਨੋਈ ਦੀਪਕ ਟੀਨੂ ਨੂੰ ਫੋਨ ਕਰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਹੈ। ਪਰ ਦੀਪਕ ਟੀਨੂ ਉਸ ਦਾ ਜਵਾਬ ਦਿੰਦਾ ਕਿ ਇੰਨੇ ਵੱਡੇ ਕੰਮ ਲਈ ਮੇਰੇ ਕੋਲ ਕੋਈ ਸ਼ੂਟਰ ਨਹੀਂ ਹੈ।
ਦੀਪਕ ਟਿੰਨੂ ਇਹ ਜਵਾਬ ਦੇ ਦਿੰਦਾ ਹੈ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਦੇ ਲਈ। ਉਹ ਕਹਿੰਦਾ ਕਿ ਮੇਰੇ ਕੋਲ ਏਡੇ ਵੱਡੇ ਸ਼ੂਟਰ ਹੀ ਹੈ ਨਹੀਂ ਕਿ ਮੈਂ ਏਡਾ ਵੱਡਾ ਕੰਮ ਕਰਦਾ। ਪਰ ਉਸ ਤੋਂ ਬਾਅਦ ਗੋਲਡੀ ਬਰਾੜ ਦੇ ਨਾਲ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ ਜੱਗੂ ਭਗਵਾਨਪੁਰੀ ਦੇ ਨਾਲ ਹੁੰਦੀ ਹੈ। ਫਿਰ ਇਹ ਸਾਰੇ ਸ਼ੂਟਰ ਜਿਹੜੇ ਹੈ ਮੁਹੱਈਆ ਕਰਵਾਏ ਜਾਂਦੇ ਆ। ਪਰ ਜਿਵੇਂ ਕਿ ਇਸ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ 2021 ਦਸੰਬਰ ਦੇ ਵਿੱਚ ਜਿਹੜਾ ਪੂਰੀ ਕਾਲ ਆਉਂਦਾ ਲਾਰੈਂਸ ਬਿਸ਼ਨੋਈ ਦਾ ਇਸ ਗੈਂਗਸਟਰ ਨੂੰ ਕਿ ਆਪਣਾ ਭਰਾ ਵਿੱਕੀ ਮਿੱਡੂ ਖੇੜਾ ਮਾਰਤਾ, ਉਸ ਦਾ ਅਸੀਂ ਬਦਲਾ ਲੈਣਾ। ਯਾਨੀ ਕਿ 20 ਤੋਂ ਬਾਅਦ ਫਿਰ ਲਗਾਤਾਰ ਦਸੰਬਰ 21 ਤੋਂ ਰੈਕੀਆਂ ਚੱਲ ਰਹੀਆਂ ਸੀ। ਬਿਲਕੁਲ ਵਿਕਰਮ, ਤਾਂ ਹੀ ਸਵਾਲ ਖੜੇ ਹੁੰਦੇ ਆ ਜਦੋਂ ਗੋਲਡੀ ਬਰਾੜ ਵੀ ਆਪਣੀ ਜਿਹੜਾ ਵੀਡੀਓ ਦੇ ਵਿੱਚ ਕਹਿੰਦਾ ਕਿ ਅਸੀਂ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲਿਆ। ਪਰ ਵਿੱਕੀ ਮਿੱਡੂ ਖੇੜਾ ਦੀ ਮੌਤ ਜਿਹੜੀ ਹੈ ਉਹ 7 ਅਗਸਤ 2021 ਨੂੰ ਹੁੰਦੀ ਹੈ ਤੇ ਰੈਕੀਆਂ ਤਾਂ ਉਸ ਦੀਆਂ 2020 ਤੋਂ ਚੱਲ ਰਹੀਆਂ ਸੀ। ਨਵੰਬਰ 2020 ਤੋਂ ਉਸ ਦੀਆਂ ਰੈਕੀਆਂ ਕੀਤੀਆਂ ਜਾ ਰਹੀਆਂ ਸੀ। ਪਰ ਉੱਥੇ ਜਿਹੜਾ ਹੈ ਸਵਾਲ ਖੜੇ ਹੁੰਦੇ ਆ ਕਿ ਆਖਿਰਕਾਰ ਫਿਰ ਵਿੱਕੀ ਮਿੱਡੂ ਖੇੜਾ ਵਾਲੀ ਗੱਲ ਜਿਹੜੀ ਹੈ ਉੱਥੇ ਕਿਤੇ ਨਾ ਕਿਤੇ ਸ਼ੰਕਾ ਦੇ ਘੇਰੇ 'ਚ ਜਾਂਦੀ ਹੈ। ਤਾਂ ਉਸ ਤੋਂ ਬਾਅਦ ਸ਼ੂਟਰ ਜਿਹੜੇ ਆਪਾਂ ਗੱਲ ਕੀਤੀ ਹੈ, ਪ੍ਰਿਆਵਰਤ ਫੌਜੀ ਹੋ ਗਿਆ, ਅੰਕਿਤ ਸ਼ੇਰਸ਼ਾਹ ਹੋ ਗਿਆ ਤੇ ਕਸ਼ਿਸ਼ ਹੋ ਗਿਆ, ਇਹ ਤਿੰਨੋਂ ਜਿਹੜੇ ਆ ਮੋਨੂ ਡਾਗਰ ਨੇ ਕਰਵਾ ਕੇ ਦਿੱਤੇ ਲਾਰੈਂਸ ਬਿਸ਼ਨੋਈ ਨੂੰ। ਤੇ ਜਦੋਂ ਗੱਲ ਹੁੰਦੀ ਹੈ ਦੀਪਕ ਟਿੰਨੂ ਨਾਲ, ਉਸ ਤੋਂ ਬਾਅਦ ਮਨੂ ਤੇ ਰੂਪਾ ਨੇ ਜਿਹੜੇ ਉਹ ਕਰਵਾ ਕੇ ਦਿੱਤੇ ਜੱਗੂ ਭਗਵਾਨਪੁਰੀਏ ਨੇ ਆਪਣੇ ਗਰੁੱਪ 'ਚ ਹੀ। ਔਰ ਇਸ ਦੇ ਨਾਲ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਹੈ ਇਹਦੇ ਵਿੱਚ ਕਿ ਜਿਵੇਂ ਇਹਨੇ ਕਿਹਾ, ਫਿਰ ਉਸ ਤੋਂ ਬਾਅਦ ਲਾਰੈਂਸ ਇਹ ਗੱਲ ਕਹਿੰਦਾ ਉਸ ਨੂੰ ਸਾਫ਼ ਤੌਰ ਤੇ। ਲਾਰੈਂਸ ਕਹਿੰਦਾ ਕਿ ਗੋਲਡੀ ਬਰਾੜ ਦੇ ਨਾਲ ਤੂੰ ਸਾਰੀ ਗੱਲਬਾਤ ਕਰ। ਪਰ ਉਸ ਤੋਂ ਬਾਅਦ ਫਿਰ ਗੋਲਡੀ ਬਰਾੜ ਨੇ ਇਸ ਨਾਲ ਗੱਲਬਾਤ ਕੀਤੀ ਜਦੋਂ ਇਹਨੇ ਕਿਹਾ, ਪਰ ਗੋਲਡੀ ਕਹਿੰਦਾ ਸ਼ੂਟਰਾਂ ਦਾ ਇੰਤਜ਼ਾਮ ਹੋ ਗਿਆ ਪਰ ਤੂੰ ਸੰਪਰਕ ਦੇ ਵਿੱਚ ਰਹੀ। ਬਿਲਕੁਲ ਵਿਕਰਮ, ਜੇ ਆਪਾਂ ਗੱਲ ਕਰਦੇ ਹਾਂ ਕਿ ਗੋਲਡੀ ਬਰਾੜ ਮਾਸਟਰਮਾਈਂਡ ਕਿਉਂ ਹੈ, ਗੋਲਡੀ ਬਰਾੜ ਤਾਂ ਹੀ ਮਾਸਟਰਮਾਈਂਡ ਹੈ ਕਿਉਂਕਿ ਗੋਲਡੀ ਬਰਾੜ ਨੇ ਹੀ ਸਾਰੀ ਇਹ ਗੇਮ ਬਣਾਈ। ਗੋਲਡੀ ਬਰਾੜ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਲਾਰੈਂਸ ਬਿਸ਼ਨੋਈ ਪਹਿਲਾਂ ਦੀਪਕ ਟਿੰਨੂ ਨਾਲ ਸੰਪਰਕ ਕਰਦਾ ਹੈ ਤੇ ਉਹ ਫਿਰ ਇਹ ਗੱਲ ਕਹਿੰਦਾ ਕਿ ਗੋਲਡੀ ਬਰਾੜ ਨਾਲ ਗੱਲ ਕੀਤੀ ਜਾਵੇ ਤੇ ਉਸ ਤੋਂ ਬਾਅਦ ਉਸ ਨੂੰ ਦੱਸਿਆ ਜਾਵੇ ਕਿ ਕਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਹੈ। ਤਾਂ ਦੱਸ ਦਈਏ ਕਿ ਇਹ ਆਪਸ ਦੇ ਵਿੱਚ ਗੱਲਾਂ ਵੀ, ਜੇ ਆਪਾਂ ਗੱਲ ਕਰਦੇ ਹਾਂ ਕਿ ਗੱਲਾਂ ਕਰਦੇ ਆ, ਜੇਲ੍ਹ ਦੇ ਵਿੱਚੋਂ ਫੋਨ ਮਿਲ ਜਾਂਦੇ ਆ, ਜੇਲ੍ਹ ਦੇ ਵਿੱਚੋਂ ਕਿਵੇਂ ਜਿਹੜੀ ਹੈ ਕਾਲ ਹੋ ਜਾਂਦੀ ਹੈ। ਤਾਂ ਇਹਨੂੰ ਲੈ ਕੇ ਵੀ ਇੱਕ ਹਾਸੋਹੀਣਾ ਬਿਆਨ ਦਿੱਤਾ ਸਾਡੇ ਜੇਲ੍ਹ ਮੰਤਰੀ ਨੇ ਕਿ ਉਹਨਾਂ ਨੇ ਕਿਹਾ ਸੀ ਕਿ ਜੇਲ੍ਹ ਦੇ ਵਿੱਚ ਮੋਬਾਈਲ ਚਲੇ ਜਾਂਦੇ ਕੋਈ ਗੱਲ ਨਹੀਂ ਪਰ ਉੱਥੇ ਨੈਟਵਰਕ ਨਹੀਂ ਆਉਂਦਾ। ਪਰ ਹਾਲਾਂਕਿ ਆਪਾਂ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਕਿਸ ਹਿਸਾਬ ਨਾਲ ਗੈਂਗਸਟਰਾਂ ਨੂੰ ਇੱਥੇ ਤੱਕ ਪਤਾ ਹੁੰਦਾ ਹੈ ਕਿ ਜੇਲ੍ਹ ਦੇ ਕਿਹੜੇ ਹਿੱਸੇ ਦੇ ਵਿੱਚ ਜੈਮਰ ਦੀ ਰੇਂਜ ਨਹੀਂ ਆਉਂਦੀ ਤੇ ਉਹ ਜੈਮਰ ਦੀਆਂ ਤਾਰਾਂ ਵੀ ਕੱਟ ਦਿੰਦੇ ਆ ਗੈਂਗਸਟਰ। ਤਾਂ ਉਸ ਸਮੇਂ ਹੁਣ ਜਿਵੇਂ ਦੀਪਕ ਟਿੰਨੂ ਨੇ ਕਿਵੇਂ ਗੱਲ ਕਰਵਾਈ, ਤਾਂ ਦੱਸਦੇ ਕਿ ਇਹ ਬੜੇ ਸ਼ਾਤਰ ਮਾਈਂਡ ਹੁੰਦੇ ਆ, ਬੜਾ ਕ੍ਰਿਮੀਨਲ ਮਾਈਂਡ ਹੁੰਦਾ ਹਰੇਕ ਕ੍ਰਿਮੀਨਲ ਦਾ। ਤੇ ਇਹਨਾਂ ਨੇ ਆਪਣਾ ਦਿਮਾਗ ਵਰਤ ਕੇ ਇਹਨਾਂ ਨੇ ਕੀ ਕਰਿਆ, ਦੀਪਕ ਟਿੰਨੂ ਹਰੇਕ ਗੈਂਗਸਟਰ ਜਿਹੜੇ ਵੱਡੇ ਗੈਂਗਸਟਰ ਆ ਹਰੇਕ ਆਪਦੇ ਕੋਲ 2 ਫੋਨ ਰੱਖਦੇ ਆ। ਜੋ ਆਪਾਂ ਦੇਖਦੇ ਆ ਮੂਮਨ ਤੌਰ ਤੇ ਇਹਨਾਂ ਕੋਲ ਹਮੇਸ਼ਾ 2 ਫੋਨ ਹੁੰਦੇ ਆ ਤੇ ਇਹ ਦੋਨੇ ਫੋਨ ਜਿਹੜੇ ਆ ਇੱਕ ਦੂਜੇ ਦੇ ਨਾਲ ਸੰਪਰਕ ਕਰਾਉਂਦੇ। ਜਿਵੇਂ ਇੱਕ ਫੋਨ ਤੋਂ ਕਿਸੇ ਹੋਰ ਨੂੰ ਫੋਨ ਲਾ ਲਿਆ ਤੇ ਦੂਜੇ ਫੋਨ ਤੋਂ ਕਿਸੇ ਹੋਰ ਦੂਸਰੇ ਗੈਂਗਸਟਰ ਨੂੰ ਫੋਨ ਲਾ ਲਿਆ, ਤਾਂ ਇਹ ਆਪਸ ਦੇ ਵਿੱਚ ਕੀ ਕਰਦੇ ਆ, ਮੋਬਾਈਲ ਨੂੰ ਇੱਕ ਦੂਸਰੇ ਦੇ ਨਾਲ ਰਾਵੜਾਂ ਦੇ ਨਾਲ ਬੰਨ੍ਹ ਦਿੰਦੇ ਆ ਤੇ ਉਸ ਤੋਂ ਬਾਅਦ ਉਸ ਨੂੰ ਇੱਕ ਕੋਈ ਬਾਕਸ ਕਹਿ ਲਈਏ ਜਾਂ ਕੋਈ ਰੱਖਣਾ ਕਹਿ ਲਈਏ ਉਸ ਦੇ ਵਿੱਚ। ਇਹਨਾਂ ਚੀਜ਼ਾਂ ਦਾ ਮੈਂ ਮਨਦੀਪ ਦੇ ਨਾਲ ਐਡ ਆਨ ਕਰਦਾ। ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੇ ਵੀ ਸਵਾਲ ਚੁੱਕਣੇ, ਪਰ ਜਿਹੜੇ ਉਸਨੇ ਬਿਆਨ ਦਿੱਤੇ ਆ ਪੂਰਾ ਫਿਲਮੀ ਕਹਾਣੀ ਹੈ ਇਹ, ਪੂਰਾ ਫਿਲਮੀ ਸਟਾਈਲ ਦੇ ਨਾਲ, ਪੂਰਾ ਜਿਸ ਤਰੀਕੇ ਦੇ ਨਾਲ ਉਸਨੇ ਬਿਆਨ ਆਪਣੇ ਦਰਜ ਕਰਾਏ। ਕਹਿੰਦੇ ਅਸੀਂ ਬਾਕਸ ਬਣਾ ਕੇ ਅਸੀਂ ਗੱਲਬਾਤ ਕਰਵਾਈ, ਕਿਉਂਕਿ ਜਦੋਂ ਲਾਰੈਂਸ ਬਿਸ਼ਨੋਈ ਦਾ ਫੋਨ ਫੜਿਆ ਗਿਆ ਇਹ ਵੀ ਉਸਨੇ ਬਿਆਨਾਂ ਦੇ ਵਿੱਚ ਦਰਜ ਕਰਵਾਇਆ। ਉਸ ਗੈਂਗਸਟਰ ਨੇ ਦੀਪਕ ਟਿੰਨੂ ਜੋ ਕਿ ਫਰਾਰ ਹੋ ਗਿਆ, ਉਹ ਕਹਿੰਦਾ ਕਿ ਲਾਰੈਂਸ ਬਿਸ਼ਨੋਈ ਦਾ ਜਦੋਂ ਫੋਨ ਫੜਿਆ ਜਾਂਦਾ, ਸਮਾਰਟਫੋਨ ਫੜਿਆ ਜਾਂਦਾ ਜੇਲ੍ਹ ਦੇ ਵਿੱਚ, ਔਰ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਸੀ, ਤਾਂ ਤੁਸੀਂ ਅੰਦਾਜ਼ਾ ਲਾ ਲਓ ਤਿਹਾੜ 'ਚ ਵੀ ਲਾਰੈਂਸ ਬਿਸ਼ਨੋਈ ਦੇ ਕੋਲ ਫੋਨ ਹੈ। ਤਾਂ ਸਾਫ਼ ਤੌਰ ਤੇ ਜਿਹੜੀਆਂ ਸਹੂਲਤਾਂ ਸਾਰੀਆਂ ਮਿਲ ਰਹੀਆਂ ਸੀ, ਔਰ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਲਾਰੈਂਸ ਦੀ ਗੱਲਬਾਤ ਇਸੇ ਨੇ ਕਰਾਈ ਫਿਰ ਗੋਲਡੀ ਬਰਾੜ ਦੇ ਨਾਲ, ਔਰ ਅੱਗੇ ਦੀ ਕਹਾਣੀ ਫਿਰ ਉਸ ਤੋਂ ਬਾਅਦ ਅੱਗੇ ਮਨਦੀਪ ਸ਼ੁਰੂ ਹੁੰਦੀ ਹੈ। ਹਾਂ ਬਿਲਕੁਲ ਵਿਕਰਮ, ਜਿਵੇਂ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਦੀਪਕ ਟਿੰਨੂ ਇਹ ਵੀ ਮੰਨਿਆ ਕਿ 2 ਫੋਨ ਸੀ ਲਾਰੈਂਸ ਬਿਸ਼ਨੋਈ ਕੋਲ ਤਿਹਾੜ ਜੇਲ੍ਹ 'ਚ, ਇੱਕ ਛੋਟਾ ਮੋਬਾਈਲ ਕੀਪੈਡ ਵਾਲਾ ਤੇ ਦੂਸਰਾ ਸਮਾਰਟਫੋਨ। ਉਹ ਕਹਿੰਦਾ ਕਿ ਸਮਾਰਟਫੋਨ ਉਸਦਾ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਦੇ ਛੋਟੇ ਫੋਨ ਤੋਂ ਯਾਨੀ ਕਿ ਕੀਪੈਡ ਫੋਨ ਤੋਂ ਉਹ ਫੋਨ ਲਗਾਉਂਦਾ ਦੀਪਕ ਟਿੰਨੂ ਨਾਲ। ਤੇ ਦੀਪਕ ਟਿੰਨੂ ਨੂੰ ਕਹਿੰਦਾ ਕਿ ਗੋਲਡੀ ਬਰਾੜ ਨਾਲ ਗੱਲਬਾਤ ਕਰਕੇ ਦੱਸਿਆ ਜਾਵੇ, ਕਿਉਂਕਿ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਨਾਲ ਸਿੱਧੇ ਤੌਰ ਤੇ ਤਾਂ ਨਹੀਂ ਗੱਲ ਕਰ ਸਕਦਾ ਕਿਉਂਕਿ ਟ੍ਰੇਸਿੰਗ ਵੀ ਹੋ ਸਕਦੀ ਹੈਗੀ। ਤਾਂ ਅਜਿਹੇ ਚੱਕਰਾਂ ਦੇ ਵਿੱਚ ਪੈਣ ਤੋਂ ਇਹ ਗੈਂਗਸਟਰ ਕੀ ਕਰਦੇ ਨੇ ਕਿ ਇੱਕ ਇੰਟਰਮੀਡੀਏਟ ਬੰਦਾ ਰੱਖ ਲੈਂਦੇ ਆ, ਜਿਵੇਂ ਦੀਪਕ ਟਿੰਨੂ ਬਣਿਆ ਇਹਨਾਂ 'ਚ। ਦੀਪਕ ਟਿੰਨੂ ਨੇ ਆਪਦੇ 2 ਫੋਨਾਂ ਤੋਂ, ਇੱਕ ਤੋਂ ਗੋਲਡੀ ਬਰਾੜ ਨੂੰ ਫੋਨ ਲਗਾਇਆ, ਦੂਜੇ ਤੋਂ ਲਾਰੈਂਸ ਬਿਸ਼ਨੋਈ ਨੂੰ ਫੋਨ ਲਗਾਇਆ ਤੇ ਉਹਨਾਂ ਨੂੰ ਆਪਸ ਦੇ ਵਿੱਚ ਰਬੜਾਂ ਦੇ ਨਾਲ ਬੰਨ੍ਹ ਕੇ ਉਸ ਨੂੰ ਇੱਕ ਬਾਕਸ ਕਹਿ ਸਕਦੇ ਆਪਾਂ, ਜਿਵੇਂ ਆਪਾਂ ਬਹੁਤ ਫਿਲਮਾਂ ਦੇ ਵਿੱਚ ਵੀ ਦੇਖਿਆ, ਹਾਲੀਵੁੱਡ ਦੀਆਂ ਫਿਲਮਾਂ ਨੇ, ਜੇ ਤੁਸੀਂ ਦੇਖੋ ਤਾਂ ਉਸ ਦੇ ਵਿੱਚ ਸਾਫ਼ ਦਿਖਦਾ ਕਿ ਕਿਵੇਂ ਇਹ ਸਾਰਾ ਸੰਪਰਕ ਜੇਲ੍ਹਾਂ ਦੇ ਵਿੱਚ ਕਰਾਉਂਦੇ ਨੇ। ਬਾਕਸ ਦੇ ਵਿੱਚ ਰੱਖ ਲੈਂਦੇ ਨੇ 2 ਫੋਨ ਤੇ ਉਹ ਆਪਸ ਦੇ ਵਿੱਚ 2 ਜਣੇ ਜਿਹੜੇ ਜਿਨ੍ਹਾਂ ਨੂੰ ਕਾਲ ਲੱਗੀ ਹੁੰਦੀ ਉਹ ਆਪਸ ਦੇ ਵਿੱਚ ਗੱਲਾਂ ਕਰੀ ਜਾਂਦੇ ਨੇ ਤੇ ਇਹ ਗੈਂਗਸਟਰ ਤੀਜਾ ਜਿਹੜਾ ਕਰਾਉਂਦਾ ਹੁੰਦਾ ਇੰਟਰਮੀਡੀਏਟ, ਇਹ ਉਸ ਬਾਕਸ ਜਾਂ ਕੋਈ ਡੱਬਾ ਰੱਖਣਾ ਕੁਝ ਵੀ ਕਹਿ ਸਕਦੇ ਆਪਾਂ, ਉਸ ਨੂੰ ਨਾਲ ਚੁੱਕ ਕੇ ਉਸ ਨੂੰ ਤੁਰਦਾ ਫਿਰਦਾ ਰਹਿੰਦਾ ਤਾਂ ਕਿ ਜਿਹੜਾ ਟ੍ਰੇਸਿੰਗ ਦੇ ਸਮੇਂ ਜਿਹੜਾ ਟਾਵਰ ਦੀ ਜਾਂ ਕੋਈ ਵੀ ਰੇਂਜ ਜਾਂ ਨੈਟਵਰਕ ਹੈ ਉਹ ਲੋਕੇਸ਼ਨ ਬਦਲਦੀ ਰਹੇ। ਪਰ ਇਹਦੀ ਚੀਜ਼ ਇਹ ਵੀ ਹੈ ਕਿ ਪ੍ਰਿਆਵਰਤ ਫੌਜੀ ਜਿਹੜਾ ਹੈ ਮੋਨੂ ਡਾਗਰ ਦਾ ਹੀ ਬੰਦਾ, ਇਹਨੇ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ
ਦਸੀਆਂ ਨੇ ਇਸ ਗੈਂਗਸਟਰ ਨੇ ਪੁਲਿਸ ਨੂੰ, ਉਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਹੈਰਾਨ ਕਰਨ ਵਾਲੀਆਂ ਗੱਲਾਂ ਨੇ ਇਹ, ਕਿਉਂਕਿ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਹੈ, ਜੇਲ੍ਹਾਂ ਦੇ ਵਿੱਚੋਂ ਰੈਕਟ ਚੱਲ ਰਿਹਾ ਹੈ, ਜੇਲ੍ਹਾਂ ਦੇ ਵਿੱਚੋਂ ਕਿਵੇਂ ਪੂਰੀ ਪਲੈਨਿੰਗ ਹੋਈ। ਇਹਨੇ ਵੀ ਗੱਲ ਕਹੀ ਹੈ, ਮਨਦੀਪ ਕਹਿੰਦਾ ਕਿ ਮੈਨੂੰ ਉਦੋਂ ਤੱਕ ਪਤਾ ਸੀ ਜਦੋਂ ਤੱਕ ਸਿੱਧੂ ਮੂਸੇਵਾਲੇ ਦਾ ਕਤਲ ਦੀ ਪੂਰੀ ਪਲਾਨਿੰਗ ਦਾ ਵੀ ਇਸ ਨੂੰ ਪਤਾ ਸੀ, ਔਰ ਜਿਹੜੇ ਸ਼ੂਟਰ ਕਹਿੰਦਾ ਮੈਨੂੰ ਉਹਨਾਂ ਦੇ ਨਾਮ ਵੀ ਪਤਾ ਸੀ, ਬਾਅਦ 'ਚ ਮੈਨੂੰ ਇਹ ਵੀ ਪਤਾ ਸੀ ਕਿ ਇਹ ਫਲਾਣੇ ਬੰਦੇ ਨੇ ਦਿੱਤੇ ਆ, ਇਹ ਫਲਾਣੇ ਬੰਦੇ ਨੇ ਦਿੱਤਾ। ਯਾਨੀ ਕਿ ਪੂਰੀ ਪਲੈਨਿੰਗ ਜੇਲ੍ਹਾਂ 'ਚੋਂ ਬੈਠ ਕੇ ਹੋਈ ਆ ਔਰ ਫੋਰਨ 'ਚ ਬੈਠ ਕੇ ਹੋਈ ਹੈ। ਹਾਂ ਬਿਲਕੁਲ ਵਿਕਰਮ, ਇਸ ਨੇ ਸਭ ਕੁਝ ਪੁਲਿਸ ਦੇ ਮੂਹਰੇ ਮੰਨਿਆ। ਇਹਨੇ ਕਨਫੈਸ ਕੀਤਾ ਕਿ ਹਾਂ ਦੀਪਕ ਟਿੰਨੂ ਨੇ ਕਿਹਾ ਕਿ ਦੀਪਕ ਟਿੰਨੂ ਨੂੰ ਪਤਾ ਸੀ ਕਿ ਕਿਵੇਂ ਪਲਾਨ ਕਰਨਾ ਹੈ ਤੇ ਕਿਵੇਂ ਪਲਾਨ ਜਿਹੜਾ ਬਣਾਇਆ ਜਾ ਰਿਹਾ, ਕਿਹੜੇ ਸ਼ੂਟਰ ਨੇ। ਹਾਲਾਂਕਿ ਇੱਥੋਂ ਤੱਕ ਕਿ ਇਸ ਨੇ ਰਿਹਾਇਸ਼ ਦਾ ਵੀ ਪ੍ਰਬੰਧ ਜਿਹੜਾ ਇਸ ਨੇ ਖੁਦ ਮੰਨਿਆ ਕਿ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਦੀ ਰਿਹਾਇਸ਼ ਦਾ ਪ੍ਰਬੰਧ ਵੀ ਇਸ ਨੇ ਕਰਾ ਕੇ ਦਿੱਤਾ ਸੀ ਉਕਲਾਣਾ ਮੰਡੀ ਦੇ ਵਿੱਚ। ਹਾਂ, ਉਕਲਾਣਾ ਮੰਡੀ ਦੇ ਵਿੱਚ। ਔਰ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੂੰ ਕਹਿੰਦੇ ਪਤਾ ਲੱਗਦਾ ਹੈ ਤਾਂ ਉਸ ਸਮੇਂ ਵੀ ਫਿਰ ਇਹ ਉਸ ਬੰਦੇ ਦਾ ਵੀ ਕਹਿ ਦਿੰਦਾ, ਦੇਖੋ ਕਿ ਜਿਹੜਾ ਬੰਦਾ ਪ੍ਰਿਆਵਰਤ ਫੌਜੀ ਦੱਸਦਾ ਹੈ ਕਿ ਸਾਡੇ ਨੇੜੇ ਤੇੜੇ ਲੱਗਦਾ ਸ਼ੱਕ ਹੋ ਗਿਆ ਕਿ ਕਿਸੇ ਨੂੰ, ਕਿਉਂਕਿ ਉਹ ਬੰਦਾ ਨੇੜੇ ਤੇੜੇ ਕਹਿੰਦੇ ਉਸ ਰਿਹਾਇਸ਼ ਦੇ ਨੇੜੇ ਘੁੰਮਦਾ, ਤਾਂ ਦੀਪਕ ਟਿੰਨੂ ਨੇ ਕਿਹਾ ਕਿ ਕੋਈ ਨਹੀਂ, ਫਿਰ ਇਹਨੂੰ ਵੀ ਚੁੱਕ ਦਿਓ, ਇਹਦਾ ਵੀ ਕੰਮ ਕਰ ਦਿਓ। ਬਿਲਕੁਲ ਵਿਕਰਮ, ਕਿਉਂਕਿ ਇਹ ਕੋਈ ਵੀ ਇਸ ਨੇ ਇਹ ਗੱਲ ਵੀ ਲਿਖੀ ਹੈ ਕਿ ਤਾਂ ਕਿ ਕੋਈ ਪਲਾਨ ਜਿਹੜਾ ਸਾਡਾ ਜਿਹੜਾ ਬਣ ਰਿਹਾ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ, ਉਹ ਟਲ ਨਾ ਜਾਵੇ, ਉਹ ਜਿਹੜਾ ਖਤਮ ਨਾ ਹੋ ਜੇ। ਤੁਸੀਂ ਕਿਵੇਂ ਨਾ ਕਿਵੇਂ ਜਿਹੜਾ ਜੇ ਕੋਈ ਤੁਹਾਡੀ ਰੈਕੀ ਕਰ ਰਿਹਾ ਜਾਂ ਕਿਸੇ ਨੂੰ ਸ਼ੱਕ ਵੀ ਪੈ ਰਿਹਾ ਤਾਂ ਉਸ ਬੰਦੇ ਨੂੰ ਮਾਰ ਦਿਓ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇਹ ਗੈਂਗਸਟਰ ਜਿਹੜਾ ਹੈ ਕਿੰਨਾ ਖਤਰਨਾਕ ਹੈ। ਤੇ ਇੱਕ ਗੱਲ ਹੋਰ ਵੀ ਹੈ ਕਿ ਇਸ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਲੁੱਟ ਖੋਹ ਕਰਨ ਦੇ ਲਈ ਵੀ ਅਮੂਮਨ ਤੌਰ ਤੇ ਜਿਹੜੀ ਹੈ ਲੁੱਟ ਖੋਹ ਕਰਦੇ ਨੇ ਬਦਮਾਸ਼ ਜਿਹੜੇ ਭੱਜ ਜਾਂਦੇ ਲੁੱਟ ਕੇ। ਪਰ ਇਸ ਨੇ ਕੀ ਕੀਤਾ, ਇੱਕ ਵਾਰ ਜਦੋਂ ਕਿਹਾ ਜਾਂਦਾ ਹੈ ਕਿ ਝੁਨੀਰ ਸਦੂਗੜ੍ਹ ਏਰੀਆ, ਕਿਉਂਕਿ ਹਰਿਆਣਾ ਦੀ ਹੱਦ ਪੰਜਾਬ ਦੇ ਨਾਲ ਲੱਗਦੀ ਹੈਗੀ, ਸਿਰਸੇ ਦੇ ਨਾਲ ਸਦੂਗੜ੍ਹ ਪੰਜਾਬ ਦਾ ਲਾਸਟ ਕਸਬਾ ਆ ਜਾਂਦਾ ਹੈ। ਤੇ ਇਸ ਨੇ ਖੁਦ ਮੰਨਿਆ ਕਿ ਸਦੂਗੜ੍ਹ ਤੇ ਝੁਨੀਰ ਦੇ ਕੋਲੇ ਇੱਕ ਸ਼ਖਸ ਆ ਰਿਹਾ ਸੀ, ਸ਼ਰਾਬੀ ਆ ਰਿਹਾ ਸੀ, ਤੇ ਉਸ ਤੋਂ ਬਾਅਦ ਇਸ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਉਹ ਕਿਤੇ ਨਾ ਕਿਤੇ ਇਹਨੂੰ ਛਡਾ ਰਿਹਾ ਸੀ ਆਪਣੇ ਆਪ ਨੂੰ, ਤੇ ਉਹ ਇਸ ਤੋਂ ਇੱਕ ਦੂਜੇ ਨਾਲ ਹੱਥੋਂ ਪਾਈ ਹੁੰਦੀ ਹੈ ਤੇ ਉਹ ਸੜਕ ਤੋਂ ਹੋਰ ਪਾਸੇ ਭੱਜ ਜਾਂਦਾ, ਖੇਤਾਂ ਦੇ ਵੱਲ ਭੱਜ ਜਾਂਦਾ। ਪਰ ਇਸ ਨੇ ਉੱਥੇ ਜਾ ਕੇ ਵੀ ਨਾਲੇ ਤਾਂ ਉਸ ਸ਼ਖਸ ਨੂੰ ਲੁੱਟਦਾ ਹੈ ਤੇ ਨਾਲੇ ਉਸਦੇ ਸਿਰ ਦੇ ਵਿੱਚ ਇੱਟ ਮਾਰ ਕੇ ਉਸਦਾ ਕਤਲ ਕਰ ਦਿੰਦਾ। ਸਿਰ 'ਚ ਇੱਟ ਮਾਰ ਕੇ ਕਤਲ ਕਰ ਦਿੰਦਾ। ਥੋੜੇ ਜਿਹੇ ਪੈਸਿਆਂ ਦੀ ਗੱਲ ਸੀ ਕਹਿੰਦੇ, ਕਿਉਂਕਿ ਉਹ ਸ਼ਰਾਬੀ ਦੇ ਕੋਲੋਂ ਕੋਈ ਜ਼ਿਆਦਾ ਪੈਸੇ ਨਹੀਂ, ਥੋੜੇ ਬਹੁਤ ਪੈਸੇ ਮਿਲੇ। ਜਿਵੇਂ ਉਸਨੇ ਬਿਆਨਾਂ ਦੇ ਵਿੱਚ ਲਿਖਿਆ ਸਾਫ਼ ਤੌਰ ਤੇ ਮਨਦੀਪ ਕਿ ਮੈਨੂੰ ਪੈਸਿਆਂ ਦੀ ਲੋੜ ਸੀ, ਪੈਸਿਆਂ ਦੀ ਲੋੜ ਹੁੰਦੀ ਸੀ ਤਾਂ ਮੈਂ ਪੰਜਾਬ ਦੇ ਵਿੱਚ ਆ ਜਾਂਦਾ ਸੀਗਾ ਕੋਈ ਕਾਰਵਾਈ ਕਰਨ ਵਾਸਤੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਕੋਈ ਲੁੱਟ ਖੋਹ ਕਰਨ ਵਾਸਤੇ। ਔਰ ਉਸ ਤੋਂ ਬਾਅਦ ਸ਼ਰਾਬੀ ਤੋਂ ਕਿੰਨੇ ਪੈਸੇ ਮਿਲੇ ਹੋਣਗੇ ਇਸ ਦਾ ਵੀ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਸਾਫ਼ ਤੌਰ ਤੇ। ਔਰ ਇੱਕ ਇਸ ਦੇ ਵਿੱਚ ਗੱਲ ਹੋਰ ਹੈ, ਇਸ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਖੁੰਖਾਰ ਹੈ, ਕਿੰਨਾ ਕ੍ਰਿਮੀਨਲ ਮਾਈਂਡ ਹੈ। ਔਰ ਜਿਹੜੇ ਬੰਦੇ ਨੇ ਪਰਚਾ ਕਰਵਾਇਆ ਸੀ ਮਨਦੀਪ, ਉਹ ਬੰਦੇ ਦਾ ਵੀ ਕਤਲ ਕਰ ਦਿੱਤਾ ਗਿਆ, ਕਿਉਂਕਿ ਜਿਸਨੇ ਪਹਿਲਾ ਪਰਚਾ ਇਹਦੇ ਤੇ ਕਰਵਾਇਆ ਸੀ। ਬੰਟੀ ਮਾਸਟਰ ਉਸ ਬੰਦੇ ਦਾ ਨਾਮ ਆ। ਬੰਟੀ ਮਾਸਟਰ ਉਸ ਨੂੰ ਵੀ ਇਸਨੇ ਮਰਵਾ ਦਿੱਤਾ ਸੀ। ਇਹ ਕਹਿੰਦਾ ਕਿ ਜਦੋਂ ਹਾਲ ਇਹ ਵੀ ਦੱਸ ਦਿੰਦੇ ਆ ਕਿ ਇਹ ਬੀਟੈਕ ਕੀਤੀ ਹੋਈ ਹੈ ਇਸਨੇ, ਟੀਨੂ ਨੇ ਬੀਟੈਕ ਕੀਤੀ ਹੈ ਤੇ ਬੀਟੈਕ ਤੋਂ ਬਾਅਦ ਇਸਨੇ ਪੁਲਿਸ ਦੇ ਮਹਿਕਮੇ ਦੇ ਵਿੱਚ ਵੀ ਇੱਕ ਨੌਕਰੀ ਕੀਤੀ ਆਪਰੇਟਰ ਦੇ ਲੈਵਲ ਤੇ। ਦਿੱਲੀ ਪੁਲਿਸ ਦੇ ਇਹਦੇ ਵਿੱਚ ਲਿਖਿਆ ਜਿਹੜਾ ਕਿ ਦਿੱਲੀ ਪੁਲਿਸ ਦੇ ਵਾਇਰਲੈਸ ਦੇ ਤੌਰ ਤੇ, ਵਾਇਰਲੈਸ ਆਪਰੇਟਰ ਦੇ ਤੌਰ ਤੇ ਇਸਨੇ ਨੌਕਰੀ ਕੀਤੀ। ਕਹਿੰਦਾ ਜਿਹੜੀ ਚੰਗੀ ਨਹੀਂ ਲੱਗੀ ਤੇ ਟ੍ਰੇਨਿੰਗ ਦੌਰਾਨ ਹੀ ਨੌਕਰੀ ਵੀ ਛੱਡ ਗਿਆ ਇਹ ਗੈਂਗਸਟਰ। ਤਾਂ ਕਰਕੇ ਕਹਿ ਸਕਦੇ ਹਾਂ ਕਿ ਕਈ ਜਿਹੜੇ ਨੇ ਸ਼ਾਰਪ ਜਿਹੜਾ ਇਸ ਦਾ ਮਾਈਂਡ ਹੈ ਤੇ ਕਈ ਚੀਜ਼ਾਂ, ਕਈ ਲੂਪ ਹੋਲਸ ਪੁਲਿਸ ਦੇ ਜਿਹੜੇ ਇਸ ਨੂੰ ਬਖੂਬੀ ਪਤਾ ਨੇ। ਤਾਂ ਹੀ ਤਾਂ ਇਹ 2 ਤੋਂ 3 ਵਾਰ ਪਹਿਲਾਂ ਫਰਾਰ ਹੋ ਚੁੱਕਿਆ ਕਸਟਡੀ ਚੋਂ। ਇੱਕ ਵਾਰ ਪੰਜਾਬ ਤੋਂ ਫਰਾਰ ਹੋ ਜਾਂਦਾ ਪੁਲਿਸ ਕਸਟਡੀ ਤੋਂ, ਤੇ ਉਸ ਤੋਂ ਬਾਅਦ ਇਹ ਦਵਾਰਕਾ ਰਹਿਣ ਲੱਗ ਜਾਂਦੇ ਆ ਦਿੱਲੀ ਦੇ ਵਿੱਚ ਦਵਾਰਕਾ ਜਿਹੜਾ ਇਲਾਕਾ ਉਸ ਦੇ ਵਿੱਚ ਫਲੈਟ ਲੈ ਲੈਂਦੇ ਨੇ। ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਉਸ ਫਲੈਟ ਦੇ ਆਸੇ-ਪਾਸੇ ਜਾਂਦੀ ਹੈ ਤੇ ਪੂਰਾ ਘੇਰਾਬੰਦੀ ਕਰ ਲੈਂਦੀ ਆ। ਪਰ ਇਹ ਫਲੈਟ ਤੋਂ ਹੀ ਛਾਲ ਮਾਰ ਲੈਂਦਾ, ਹਾਲਾਂਕਿ ਇਸ ਦਾ ਗੋਡਾ ਵੀ ਉਤਰ ਜਾਂਦਾ ਉਦੋਂ, ਪਰ ਫਿਰ ਵੀ ਉੱਥੋਂ ਫਰਾਰ ਹੋ ਜਾਂਦਾ ਤੇ ਪੰਚਕੂਲੇ ਦੇ ਹਸਪਤਾਲ ਦੇ ਵਿੱਚ ਫਿਰ ਇਹ ਆਪਦਾ ਇਲਾਜ ਕਰਵਾਉਂਦਾ। ਔਰ ਇਹਦੇ ਨਾਲ ਹੀ ਇੱਕ ਚੀਜ਼ ਹੋਰ ਹੈ ਕਿ ਇਹਦੇ ਤੇ ਵੀ ਜ਼ਰੂਰ ਦੱਸਦੇ ਕਿ 2016 ਦੇ ਵਿੱਚ ਇਸ ਦੀ ਹੁਣ ਦੇਖੋ ਤੁਸੀਂ, ਹੁਣ 29 ਸਾਲ ਦੀ ਉਮਰ ਹੈ ਦੀਪਕ ਟਿੰਨੂ ਜਿਹੜਾ ਗੈਂਗਸਟਰ ਫਰਾਰ ਹੋਇਆ। ਸਿੱਧੂ ਮੂਸੇਵਾਲਾ ਦਾ ਤਾਂ ਚਲੋ ਹੁਣ ਦਾ ਕਿੱਸਾ ਹੈ, ਹੁਣ ਦੀ ਜਿਹੜਾ ਹੁਣ ਕਤਲ ਕੀਤਾ, ਪਰ 2016 ਤੋਂ ਲਾਰੈਂਸ ਬਿਸ਼ਨੋਈ ਨਾਲ ਦੋਸਤੀ ਹੈ। ਫਿਰ ਲਾਰੈਂਸ ਦੇ ਐਂਟੀ ਗੈਂਗ ਸੀ ਜਿਹੜੇ, ਉਹ ਵੀ ਇਹਦੇ ਦੁਸ਼ਮਣ ਬਣ ਗਏ। ਔਰ ਸਾਫ਼ ਤੌਰ ਤੇ ਜਿਹੜੀ ਗੱਲ ਹੈ ਮਨਦੀਪ, ਕਿਉਂਕਿ ਜਿਸ ਤਰੀਕੇ ਦੇ ਨਾਲ ਦੋਸਤੀ ਤੋਂ ਬਾਅਦ ਫਿਰ ਅੱਗੇ ਭਰਾ ਬਣ ਜਾਂਦੇ ਆ ਲਾਰੈਂਸ ਬਿਸ਼ਨੋਈ, ਤੇ ਇਹ ਜੇਲ੍ਹ ਦੇ ਵਿੱਚ ਹੀ ਪੱਗ ਵੀ ਵਟਾਉਂਦੇ ਆ। ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਦੀਪਕ ਟਿੰਨੂ ਤਿੰਨੇ ਪੱਗਵਟ ਭਰਾ ਵੀ ਬਣੇ ਹੋਏ ਆ।
ਬਿਲਕੁਲ ਵਿਕਰਮ, ਇਹਨਾਂ ਨੇ ਉਹੀ ਗੱਲ ਹੈ ਕਿ ਜਦੋਂ ਵਿੱਕੀ ਗਾਉਂਡਰ ਦੇ ਨਾਲ ਇਸ ਦੀ ਜੇਲ੍ਹ ਦੇ ਵਿੱਚ ਲੜਾਈ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਸ਼ਿਫਟ ਵੀ ਕਰ ਦਿੱਤਾ ਜਾਂਦਾ ਜੇਲ੍ਹ ਤੋਂ, ਤੇ ਉੱਥੇ ਇਹ ਵਿੱਕੀ ਗਾਉਂਡਰ ਦੇ ਸਿਰ ਦੇ ਵਿੱਚ ਸੱਟ ਮਾਰਦਾ, ਸਿਰ ਪਾੜ ਜਾਂਦਾ ਉਹਦਾ ਤੇ ਉਸਦਾ ਹੱਥ ਵੀ ਟੁੱਟ ਜਾਂਦਾ ਹੈ। ਉਸ ਤੋਂ ਬਾਅਦ ਦੀਪਕ ਟੀਨੂ ਨੂੰ ਪੰਜਾਬ ਪੁਲਿਸ ਜਿਹੜੀ ਹੈ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕਰਦੀ ਹੈ ਤੇ ਫਿਰ ਇਹ ਹਮੇਸ਼ਾ ਕਹਿੰਦਾ ਕਿ ਮੈਨੂੰ ਵਿੱਕੀ ਗਾਉਂਡਰ ਦੇ ਗਰੁੱਪ ਤੋਂ ਹਮੇਸ਼ਾ ਖਤਰਾ ਬਣਿਆ ਰਿਹਾ ਸੀ। ਉਸ ਟਾਈਮ ਇਸ ਨੇ ਲਿਖਿਆ ਕਿ ਵਿੱਕੀ ਗਾਉਂਡਰ ਦਾ ਗਰੁੱਪ ਮੇਰੇ ਤੋਂ ਤਾਈਓ ਖਾਰ ਖਾਨ ਲੱਗ ਗਿਆ ਸੀ ਵਿੱਕੀ ਗਾਉਂਡਰ ਦੇ ਨਾਲ ਲੜਾਈ ਹੋਣ ਕਰਕੇ। ਤੇ ਉਸ ਤੋਂ ਬਾਅਦ ਇੱਕ ਵਾਰ ਇਹ ਹੋਰ ਵੀ ਪੁਲਿਸ ਨੂੰ ਦੱਸਦਾ ਕਿ ਜਦੋਂ ਵਿੱਕੀ ਗਾਉਂਡਰ ਇਸ ਤੋਂ ਜਦੋਂ ਇਹ ਜੇਲ੍ਹ ਸ਼ਿਫਟ ਹੋ ਜਾਂਦੀ ਹੈ ਇਸ ਦੀ ਵਿੱਕੀ ਗਾਉਂਡਰ ਨਾਲੋਂ, ਤਾਂ ਉਸ ਤੋਂ ਬਾਅਦ ਇਹ ਜ਼ਮਾਨਤ ਤੇ ਆਉਂਦਾ ਤੇ ਇਹ ਆਪਣੀ ਪੇਸ਼ੀ ਦੇ ਦੌਰਾਨ ਜਦੋਂ ਵਾਪਸ ਜਾਂਦਾ ਕੋਰਟ ਦੇ ਵਿੱਚ ਤਾਂ ਉੱਥੇ ਵੀ ਇਸ ਦੀ ਰੈਕੀ ਕੀਤੀ ਗਈ ਵਿੱਕੀ ਗਾਉਂਡਰ ਦੇ ਬੰਦਿਆਂ ਦੇ ਵੱਲੋਂ। ਪਰ ਹਾਲਾਂਕਿ ਉਸ ਸਮੇਂ ਫਿਰ ਇਹ ਵੀ ਦੱਸਦਾ ਕਿ ਨਾਲ ਦੀ ਨਾਲ ਲਾਰੈਂਸ ਦੇ ਬੰਦਿਆਂ ਨੇ ਇਸ ਨੂੰ ਉੱਥੋਂ ਛੁਡਾਇਆ ਤੇ ਉਸ ਤੋਂ ਭਜਾ ਕੇ ਲੈ ਗਏ ਸੀ। ਤਾਂ 2016 ਦਾ ਮੈਂ ਦੱਸ ਰਿਹਾ ਸੀ, ਮਨਦੀਪ ਹੁਣਾਂ ਨੇ ਜਿਵੇਂ ਗੱਲ ਕਰ ਰਹੇ ਸੀਗੇ, ਜਿਹੜੀ ਜਾਣਕਾਰੀ ਹੈ ਸਾਡੇ ਕੋਲ ਕਿ 2016 ਚ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਵਿੱਚ ਦੀਪਕ ਟੀਨੂ ਦੀ ਦੋਸਤੀ ਹੁੰਦੀ ਹੈ ਔਰ 2016 ਤੋਂ ਹੀ ਇਹਨਾਂ ਦਾ ਫਿਰ ਜਿਹੜਾ ਕ੍ਰਿਮੀਨਲ ਲਾਈਨ ਦੇ ਵਿੱਚ ਜਾਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਕੱਠੇ ਅੱਗੇ ਹੱਥ ਵਧਾਉਂਦੇ ਤੁਰੇ ਜਾਂਦੇ ਆ ਔਰ ਵੱਡਾ ਪੈਸਾ ਵੀ ਜਿਸ ਤਰੀਕੇ ਨਾਲ, ਕਿਉਂਕਿ ਜਿਹੜਾ CIA ਇੰਚਾਰਜ ਹੈ ਉਹਦੇ ਘਰੋਂ 3 ਪਿਸਤੌਲ ਮਿਲੇ ਆ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਪੁਲਿਸ ਵਾਲਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਸਾਂਠ ਗਾਂਠ ਕਰਕੇ ਰੱਖਦਾ ਇਹ, ਕਿਉਂਕਿ ਹੱਥ ਕਿੰਨੇ ਲੰਬੇ ਨੇ ਇਹਨਾਂ ਦੇ। ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਸਾਫ਼ ਤੌਰ ਤੇ ਇਸ ਗੱਲ ਤੋਂ ਲਾ ਸਕਦੇ ਹੋ ਕਿ CIA ਇੰਚਾਰਜ ਉਸ ਨੂੰ ਉਸ ਦੀ ਗਰਲਫ੍ਰੈਂਡ ਦੇ ਨਾਲ ਮਿਲਾਉਣ ਵਾਸਤੇ ਜਾਂਦਾ। CIA ਇੰਚਾਰਜ ਉਸ ਨੂੰ ਆਪਣੀ ਸਰਕਾਰੀ ਰਿਹਾਇਸ਼ ਤੇ ਰੱਖਦਾ। CIA ਇੰਚਾਰਜ ਹੀ ਉਸ ਨੂੰ ਉਸ ਹੋਟਲ ਨੂਮਾ ਗੈਸਟ ਹਾਊਸ ਦੇ ਵਿੱਚ ਲੈ ਕੇ ਜਾਂਦਾ ਜਿੱਥੇ ਆਪ ਤਾਂ ਸੁੱਤਾ ਰਹਿ ਜਾਂਦਾ ਤੇ ਗੈਂਗਸਟਰ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਜਾਂਦਾ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੇ ਖਤਰਨਾਕ, ਕਿੰਨੇ ਸ਼ਾਰਪ ਨੇ ਇਹ, ਕਿੰਨੇ ਕ੍ਰਿਮੀਨਲ ਮਾਈਂਡ ਨੇ ਇਹ ਬੰਦੇ। ਹਾਂ ਬਿਲਕੁਲ ਵਿਕਰਮ, ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਲਿਆਂਦਾ ਗਿਆ ਸੀ 29 ਤਰੀਕ ਨੂੰ। ਇਸ ਨੂੰ 29 ਤਰੀਕ ਨੂੰ ਲਿਆਂਦਾ ਗਿਆ ਰਿਮਾਂਡ ਤੇ ਜਦੋਂ ਦੀਪਕ ਟੀਨੂ ਨੂੰ, ਤਾਂ ਉਸ ਸਮੇਂ ਜਿਹੜਾ ਕਿਹਾ ਜਾਂਦਾ ਕਿ ਉਹੀ CIA ਸਟਾਫ ਦਾ ਇੰਚਾਰਜ ਜਿਹੜਾ ਇਸ ਨੂੰ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਉਹ 3-4 ਦਿਨ ਹੁੰਦੇ ਆ ਤਾਂ ਉਹ 3-4 ਦਿਨ ਲਗਾਤਾਰ ਅਜਿਹੀ ਕੰਮ ਚੱਲਦਾ ਹੈ। ਇਹ ਨਿੱਤ ਜਿਹੜਾ ਆਪਦੀ ਗਰਲਫ੍ਰੈਂਡ ਨੂੰ ਮਿਲਣ ਜਾਂਦਾ, ਮਹਿਲਾ ਮਿੱਤਰ ਨੂੰ ਮਿਲਣ ਜਾਂਦਾ ਤੇ ਉਸ ਤੋਂ ਬਾਅਦ ਪਹਿਲਾਂ ਇਹ ਦਿਲ ਜਿੱਤਦਾ, ਉਸਦਾ ਵਿਸ਼ਵਾਸ ਬਣਾਉਂਦਾ। ASI ਜਿਹੜੇ CI ਦੇ ਇੰਚਾਰਜ ਨੇ ਉਹਨਾਂ ਦੇ ਉੱਪਰ ਪੂਰਾ ਵਿਸ਼ਵਾਸ ਬਣਾ ਕੇ ਕਿ ਹਾਂ ਕੋਈ ਐਦਾਂ ਦੀ ਗੱਲ ਨਹੀਂ ਹੋਵੇਗੀ, ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੇਗੀ। ਤੇ ਉਸ ਤੋਂ ਬਾਅਦ ਜਦੋਂ ਉਹ ਪ੍ਰਿਤਪਾਲ ਸਿੰਘ ਜਿਹੜੇ ਨੇ ਪੂਰੇ ਭਿੱਜ ਜਾਂਦੇ ਨੇ ਇਸ ਤੇ, ਤਾਂ ਉਸ ਤੋਂ ਬਾਅਦ ਇੱਕ ਇਹ ਵੀ ਖਬਰ ਸਾਹਮਣੇ ਆਈ ਹੈ ਕਿ 12 ਵਾਰ ਗਰਲਫ੍ਰੈਂਡ ਦੇ ਅਕਾਊਂਟ ਦੇ ਵਿੱਚ ਰੁਪਏ ਟ੍ਰਾਂਸਫਰ ਕੀਤੇ ਪ੍ਰਿਤਪਾਲ ਸਿੰਘ ਹੋਣਾ ਨੇ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਵਿਕਰਮ ਸਭ ਤੋਂ ਪਹਿਲਾਂ ਇਹਨਾਂ ਨੇ ਗੋਲਡੀ ਬਰਾੜ, ਫਿਰ ਇਸ ਤੋਂ ਬਾਅਦ ਇਸ ਨੂੰ ਮੈਸੇਜ ਇਹ ਵੀ ਲਾਉਂਦਾ ਕਿ ਪ੍ਰਿਆ ਵਰਤ ਫੌਜੀ ਦੇ ਨਾਲ ਟੱਚ ਦੇ ਵਿੱਚ ਰਿਹਾ ਜਾਵੇ। ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਿਆ ਵਰਤ ਫੌਜੀ ਨੂੰ ਇਹਨਾਂ ਨੇ ਇੱਕ ਮੇਨ ਸ਼ੂਟਰ ਮੰਨਿਆ ਸੀ ਸਿੱਧੂ ਮੂਸੇਵਾਲਾ ਦੇ ਕਤਲ ਦਾ, ਤੇ ਦੋਨਾਂ ਮੋਡਿਊਲ ਦਾ ਹੈਡ ਹੀ ਸਮਝ ਸਕਦੇ ਆਪਾਂ ਪ੍ਰਿਆ ਵਰਤ ਫੌਜੀ ਨੂੰ ਬਣਾਇਆ ਗਿਆ ਸੀ ਗੋਲਡੀ ਬਰਾੜ ਦੇ ਵੱਲੋਂ। ਤਾਂ ਇਸ ਨੇ ਇਹ ਵੀ ਗੱਲ ਕਹੀ ਹੈ ਕਿ ਪੁਲਿਸ ਨੂੰ ਦੱਸਿਆ ਕਿ ਇਹ ਕਿਵੇਂ ਆਪਦੇ ਕੋਲ 2 ਫੋਨ ਸੀ ਇਹਦੇ ਕੋਲ ਤੇ ਦੋਨਾਂ ਫੋਨਾਂ ਦੇ ਨਾਲ ਸਿਗਨਲ ਐਪ ਯੂਜ਼ ਕਰਦਾ ਸੀ ਤੇ ਨਾਲ ਹੀ ਸਿਗਨਲ ਐਪ ਤੋਂ ਪ੍ਰਿਆ ਵਰਤ ਫੌਜੀ ਦੇ ਨਾਲ ਲਗਾਤਾਰ ਗੱਲ ਕਰਦਾ ਸੀ। ਇਹਨੇ ਇਹ ਵੀ ਗੱਲ ਕਹੀ ਹੈ ਕਿ ਜਿੱਦੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ 29 ਮਈ ਨੂੰ, ਉਸ ਦਿਨ ਇਹ ਕਹਿੰਦਾ ਕਿ ਜੇਲ੍ਹ ਦੇ ਵਿੱਚ ਪੂਰਾ ਰੌਲਾ ਪਿਆ, ਹਾਹਾਕਾਰ ਮਚ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਤਾਂ ਇਹ ਕਹਿੰਦਾ ਕਿ ਮੈਨੂੰ ਉਸ ਸਮੇਂ ਪਤਾ ਲੱਗ ਜਾਂਦਾ ਹੈ ਕਿ ਹਾਂ ਸਿੱਧੂ ਮੂਸੇਵਾਲੇ ਦਾ ਕਤਲ ਹੁਣ ਕਰ ਦਿੱਤਾ ਹੈਗਾ। ਹਾਂ, ਤਾਂ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ। ਕਪੂਰਥਲਾ ਜੇਲ੍ਹ ਦੇ ਵਿੱਚ ਇਹਦੇ ਕੋਲ ਮੋਬਾਈਲ ਵੀ ਸੀ। ਜੇਲ੍ਹ ਮੰਤਰੀ ਸਾਹਿਬ ਬੇਸ਼ੱਕ ਦਾਅਵਾ ਕਰਦੇ ਨੇ ਕਿ ਮੋਬਾਈਲ ਫ੍ਰੀ ਕਰੀ ਜਾਂਦੇ ਆ, ਪਰ ਇਸ ਦੇ ਕੋਲ ਜੇਲ੍ਹ ਦੇ ਵਿੱਚ ਵੀ ਮੋਬਾਈਲ ਸੀ ਕਿਉਂਕਿ ਜੇਲ੍ਹ ਤੋਂ ਹੀ ਪੂਰੀ ਪਲਾਨਿੰਗ ਕੀਤੀ ਗਈ। ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ, ਕਪੂਰਥਲਾ ਜੇਲ੍ਹ 'ਚ ਬੰਦ ਸੀ ਔਰ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ 'ਚ ਬੰਦ ਸੀ, ਪਰ ਮੋਬਾਈਲ ਚੱਲਦੇ ਸੀ। ਔਰ ਉਸ ਤੋਂ ਬਾਅਦ ਜਦੋਂ ਲਾਰੈਂਸ ਦਾ ਮੋਬਾਈਲ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਕਹਾਣੀ ਥੋੜੀ ਬਹੁਤ ਵਿਗੜਦੀ ਹੈ। ਤਾਂ ਗੋਲਡੀ ਬਰਾੜ ਨਾਲ ਇਹ ਡਾਇਰੈਕਟ ਕਾਲ ਕਰਵਾਉਂਦਾ ਹੁੰਦਾ ਸੀ ਔਰ ਉਸ ਤੋਂ ਬਾਅਦ ਹੋਰ ਵੀ ਜਿਹੜੇ ਇਸਨੇ ਕਤਲ ਕੀਤੇ ਉਸ ਦੀ ਵੀ ਜਾਣਕਾਰੀ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਇਹਨੇ ਦਿੱਤੀ। ਔਰ ਇਹਨੇ ਇਹ ਵੀ ਕਿਹਾ ਕਿ ਇੱਕ ਪਿੰਚੀ ਵਿੱਕੀ ਗਾਉਂਡਰ ਦਾ ਜਿਹੜਾ ਗੈਂਗਸਟਰ ਸੀ ਉਹਦੀ ਰੈਕੀ ਕਰਨ ਵਾਸਤੇ, ਉਹਨੂੰ ਮਾਰਨ ਵਾਸਤੇ ਸੰਪਤ ਮਹਿਰਾ ਦੇ ਨਾਲ ਆਇਆ ਸੀ ਮੋਹਾਲੀ। ਪਰ ਇਹ ਸ਼ਾਇਦ 2017 ਦੀ ਗੱਲ ਹੈ। ਤਾਂ ਪਿੰਚੀ ਇਹਨਾਂ ਨੂੰ ਮਿਲਿਆ ਨਹੀਂ ਤਾਂ ਫਿਰ ਇਹ ਵਾਪਸ ਚਲੇ ਗਏ। ਪਰ ਥੋੜੇ ਦਿਨ ਬਾਅਦ ਇਹ ਵੈਸੇ ਹੀ ਆਏ, ਜਦੋਂ ਉਦੋਂ ਪਿੰਚੀ ਕੋਈ ਇਹਨਾਂ ਦਾ ਟਾਰਗੇਟ ਤੇ ਬੇਸ਼ੱਕ ਪਿੰਚੀ ਹੈਗਾ ਸੀ, ਪਰ ਪਿੰਚੀ ਇਹਨਾਂ ਨੂੰ ਸਹਿ-ਸੁਭਾਈ ਮਿਲ ਜਾਂਦਾ, ਪਿੰਚੀ ਮਿਲ ਜਾਂਦਾ ਰਾਹ ਦੇ ਵਿੱਚ ਕਿਤੇ ਆਉਂਦਿਆਂ ਜਾਂਦਿਆਂ ਇਹਨਾਂ ਨੂੰ। ਤਾਂ ਫਿਰ ਉੱਥੇ ਇਹ ਪਿੰਚੀ ਦਾ ਕਤਲ ਕਰਦੇ। ਇੰਡੈਵਰ ਗੱਡੀ ਸੀ ਇਹਨਾਂ ਦੇ ਕੋਲੇ ਉਸ ਸਮੇਂ। ਫਿਰ 2017 ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਅੱਗੇ ਜਦੋਂ ਇਹ ਬਿਮਾਰ ਹੋਣ ਦੀ ਗੱਲ ਕਹਿ ਕੇ ਫਿਰ ਹਸਪੀਟਲ ਦੇ ਵਿੱਚ ਚਲਾ ਜਾਂਦਾ, ਉੱਥੇ ਗਾਰਡ ਲਵਾ ਲੈਂਦਾ ਔਰ ਉੱਥੋਂ ਵੀ ਇਹ ਫਰਾਰ ਹੋ ਜਾਂਦਾ, ਵੱਖ-ਵੱਖ ਟਿਕਾਣਿਆਂ ਤੇ ਰਹਿੰਦਾ। ਤਾਂ ਮਨਦੀਪ ਹੁਣ ਕੀ ਲੱਗਦਾ, ਜਿਵੇਂ ਹੁਣ ਇਹ ਗੈਂਗਸਟਰ ਫਰਾਰ ਹੋ ਗਿਆ ਦੀਪਕ ਟੀਨੂ, ਕੀ ਕਰ ਰਹੀ ਹੈ ਪੁਲਿਸ? ਕਿਉਂਕਿ ਪੁਲਿਸ ਦੀ ਬਹੁਤ ਲਾਪਰਵਾਹੀ ਹੋ ਰਹੀ ਹੈ ਔਰ ਸਾਫ਼ ਤੌਰ ਤੇ CIA ਇੰਚਾਰਜ ਜਿਹੜਾ
ਉਸ ਨੂੰ ਬੇਸ਼ੱਕ ਡਿਸਮਿਸ ਕਰ ਦਿੱਤਾ, ਪ੍ਰਸ਼ਾਸਨ ਕਹਿੰਦਾ, ਸਰਕਾਰ ਕਹਿੰਦੀ ਕਿ ਅਸੀਂ ਡਿਸਮਿਸ ਕਰ ਦਿੱਤਾ, ਪਰ ਹੁਣ ਅੱਗੇ ਹੋਏਗਾ ਕੀ, ਕਿਸ ਤਰੀਕੇ ਨਾਲ ਕੀ ਉਸ ਦੀ ਗ੍ਰਿਫਤਾਰੀ ਹੋਏਗੀ, ਕੀ ਚੱਲ ਰਿਹਾ ਅੱਗੇ, ਪੁਲਿਸ ਕਰ ਕੀ ਰਹੀ ਹੈ ਅੱਗੇ? ਬਿਲਕੁਲ ਵਿਕਰਮ, ਅਸਲ ਦੇ ਵਿੱਚ ਹੁਣ ਗੱਲ ਕੀ ਹੈ, ਪੰਜਾਬ ਪੁਲਿਸ ਦੇ ਉੱਪਰ ਇੱਕ ਦਬਾਅ ਬਣਿਆ ਹੋਇਆ, ਬਹੁਤ ਪ੍ਰੈਸ਼ਰ ਬਣਿਆ ਹੋਇਆ, ਲੋਕਾਂ ਦੇ ਸੈਂਟੀਮੈਂਟ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਆ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ। ਪਰ ਉਸ ਤੋਂ ਬਾਅਦ ਹਾਲਾਂਕਿ ਪੰਜਾਬ ਪੁਲਿਸ ਤੇ ਇਹ ਵੀ ਸਵਾਲ ਉੱਠਦੇ ਆ ਕਿ ਦਿੱਲੀ ਦਾ ਸਪੈਸ਼ਲ ਸੈੱਲ ਤਾਂ ਕਾਰਵਾਈ ਕਰ ਰਿਹਾ, ਪਰ ਪੰਜਾਬ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੁੰਦੀ। ਤਾਂ ਉਦੋਂ ਪੰਜਾਬ ਪੁਲਿਸ ਐਨਕਾਊਂਟਰ ਜਦੋਂ ਹੁੰਦਾ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਜਿਹੜੀ ਹੈ ਲੋਕਾਂ ਦੇ ਵਿੱਚ ਫੇਰ ਵਿਸ਼ਵਾਸ ਬਣਦਾ ਕਿ ਹਾਂ ਪੰਜਾਬ ਪੁਲਿਸ ਵਾਕਈ ਸਹੀ ਟਰੈਕ ਤੇ ਸਹੀ ਕੰਮ ਕਰ ਰਹੀ ਆ। ਪਰ ਹੁਣ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਨੇ ਵੀ ਇਹ ਗੱਲ ਕਹੀ ਹੈ ਕਿ ਪ੍ਰਿਤਪਾਲ ਸਿੰਘ ਹੋਣਾ ਨੇ ਤਾਂ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਮਾਨਸਾ ਪੁਲਿਸ ਤੋਂ ਚਾਹੁੰਦੇ ਆ ਕਿ ਸ਼ਿਫਟ ਕਰ ਦਿੱਤਾ ਜਾਵੇ ਕੇਸ, ਤੇ ਕਿਤੇ ਹੋਰ ਕੇਸ ਜਿਹੜਾ ਹੋਰ ਪੁਲਿਸ ਨੂੰ ਦੇ ਦਿੱਤਾ ਜਾਵੇ, ਕਿਉਂਕਿ ਦੇਖੋ ਦੋਨੇ ਜਿਹੜੇ ਡਿਪਾਰਟਮੈਂਟ ਨੇ, ਚਾਹੇ ਪੁਲਿਸ ਦਾ ਡਿਪਾਰਟਮੈਂਟ ਹੋਵੇ ਚਾਹੇ ਜੇਲ੍ਹ ਦਾ ਡਿਪਾਰਟਮੈਂਟ ਹੋਵੇ, ਮੇਨ ਤਾਂ ਸਿੱਧੂ ਮੂਸੇਵਾਲੇ ਦੇ ਜਿਹੜੀ ਆ ਮੌਤ ਦਾ ਕਾਰਨ ਇਹ ਦੋ ਡਿਪਾਰਟਮੈਂਟ ਹੀ ਬਣੇ ਜੇ ਆਪਾਂ ਦੇਖੀਏ, ਕਿਉਂਕਿ ਜੇਲ੍ਹ ਦੇ ਵਿੱਚ ਸਾਰੀ ਵਿਉਂਤਬੰਦੀ ਘੜੀ ਗਈ, ਸਾਰੀ ਕਨਸਪੀਰੈਂਸੀ ਰਚੀ ਗਈ ਜੇਲ੍ਹਾਂ ਦੇ ਵਿੱਚੋਂ, ਚਾਹੇ ਲੱਖ ਦਾਅਵੇ ਕਰ ਲੈਣ, ਚਾਹੇ ਪਹਿਲਾਂ ਵਾਲੇ ਸਰਕਾਰਾਂ ਦੇ ਮੰਤਰੀ ਜੇਲ੍ਹ ਮੰਤਰੀ ਸੀ, ਚਾਹੇ ਹੁਣ ਵਾਲੀ ਸਰਕਾਰ ਦੇ ਜੇਲ੍ਹ ਮੰਤਰੀ ਨੇ, ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਮੋਬਾਈਲ ਮੁਕਤ ਕਰ ਦੇਣਾ ਜੇਲ੍ਹਾਂ 'ਚੋਂ, ਪਰ ਉਹ ਚੀਜ਼ਾਂ ਬਿਲਕੁਲ ਵੀ ਬੰਦ ਨਹੀਂ ਹੋ ਰਹੀਆਂ। ਤੇ ਇੱਕ ਹੋਰ ਵੀ ਦੀਪਕ ਢਿੱਲੋਂ ਬੜੀ ਦਿਲਚਸਪ ਗੱਲ ਦੱਸਦਾ, ਉਹ ਕਹਿੰਦਾ ਕਿ ਜਦੋਂ ਜੇਲ੍ਹ ਦੇ ਵਿੱਚ ਇਸ ਨੂੰ ਪਤਾ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ, ਤਾਂ ਇਹ ਕਹਿੰਦਾ ਕਿ ਮੈਂ ਸਭ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਸਚਿਨ ਥਾਪਨ ਹੋਵੇ, ਚਾਹੇ ਅਨਮੋਲ ਬਿਸ਼ਨੋਈ ਹੋਵੇ, ਤੇ ਚਾਹੇ ਪ੍ਰਿਆਵਰਤ ਫੌਜੀ ਤੇ ਅੰਕਿਤ ਸੇਰਸਾ, ਸਾਰੇ ਸ਼ੂਟਰਾਂ ਨੂੰ ਵੀ ਇਸਨੇ ਫੋਨ ਲਗਾਇਆ ਤੇ ਆਪਣੇ ਸਾਰੇ ਗਰੁੱਪ ਮੈਂਬਰ ਦੇ ਨਾਲ ਗੱਲਬਾਤ ਕਰਨ ਦੀ ਇਹਨੇ ਕੋਸ਼ਿਸ਼ ਕੀਤੀ। ਤੇ ਇਹਨੇ ਇਹ ਵੀ ਗੱਲ ਦੱਸੀ ਕਿ ਸਾਰਿਆਂ ਦਾ ਫੋਨ ਉਸ ਟਾਈਮ ਸੀ ਜਿਹੜਾ ਪ੍ਰਿਆਵਰਤ ਫੌਜੀ ਦਾ ਵੀ ਫੋਨ ਤੇ ਅੰਕਿਤ ਸੇਰਸਾ ਦਾ ਵੀ ਫੋਨ ਸੀ ਜਿਹੜਾ ਉਹ ਸਵਿਚ ਆਫ ਆ ਰਿਹਾ ਸੀ। ਤਾਂ ਉਸ ਤੋਂ ਬਾਅਦ ਫਿਰ ਰਿਹਾਇਸ਼ ਹੁੰਦੀ ਹੈ, ਉਹਨੇ ਠਹਿਰ ਹੁੰਦੀ ਹੈ, ਤੇ ਜਿਹੜੇ ਸਚਿਨ ਭਵਾਨੀ ਵਰਗੇ ਸਾਰੇ ਜਿਹੜੇ ਰਲ ਕੇ ਇਹ ਇਸ ਜਿਹੜੇ ਗੈਂਗਸਟਰ ਨੇ ਸਾਰੇ ਸ਼ੂਟਰਾਂ ਨੂੰ ਠਹਿਰ ਮੁਹੱਈਆ ਕਰਵਾਉਂਦੇ ਨੇ। ਆਪਾਂ ਦੇਖਿਆ ਕਿ ਮੈਂ ਗੁਜਰਾਤ ਦੇ ਮੁਦਰਾ ਪੋਰਟ ਦੇ ਉੱਪਰ ਜਾ ਕੇ ਪਿਕਨਿਕ ਟਾਈਪ ਇਹ ਮਨਾਉਂਦੇ ਆ, ਪਾਰਟੀਆਂ ਕਰਦੇ ਨੇ ਤੇ ਉਦੋਂ ਫੋਟੋ ਸ਼ੂਟ ਵੀ ਕਰਦੇ ਨੇ। ਤਾਂ ਹੁਣ ਕੇਸ ਦੇ ਵਿੱਚ ਇਹੀ ਬਣ ਰਿਹਾ ਵਿਕਰਮ ਕਿ ਪੰਜਾਬ ਪੁਲਿਸ, ਸਾਡੇ ਸੋਰਸਸ ਹੁਣ ਤੱਕ ਜੋ ਜਾਣਕਾਰੀ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਹੁਣ ਪ੍ਰਿਤਪਾਲ ਦੇ ਗਰੁੱਪ ਦੇ ਜਿੰਨੇ ਜਿਹੜੇ ਪੁਲਿਸ ਕਰਮਚਾਰੀ ਸੀ, ਚਾਹੇ ਛੋਟੇ ਰਹਿੰਦੇ ਹੋ, ਚਾਹੇ ਕਾਂਸਟੇਬਲ, ਚਾਹੇ ਹੌਲਦਾਰ, ਚਾਹੇ ਕੋਈ ਮੁੰਚੀ ਹੋਵੇ, ਹਰੇਕ ਦੇ ਬੈਂਕ ਅਕਾਊਂਟਸ ਚੈੱਕ ਕਰ ਰਹੀ ਹੈ ਕਿ ਕੋਈ ਪੇਮੈਂਟ ਦਾ ਲੈਣ ਦੇਣ ਤਾਂ ਨਹੀਂ ਹੋਇਆ, ਕਿਉਂਕਿ 12 ਵਾਰ ਦੀਪਕ ਢਿੱਲੋਂ ਦੀ ਗਰਲਫ੍ਰੈਂਡ ਦੇ ਬੈਂਕ ਅਕਾਊਂਟ ਦੇ ਵਿੱਚ ਰੁਪਏ ਟ੍ਰਾਂਸਫਰ ਕੀਤੇ ਗਏ ਪ੍ਰਿਤਪਾਲ ਹੋਣਾ ਦੇ ਵੱਲੋਂ। ਤਾਂ ਇਹ ਸਭ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਜਿਹੜਾ ਕੰਮ ਕਰ ਰਹੀ ਹੈ। ਪਰ ਸਾਨੂੰ ਸਾਡੇ ਸੋਰਸਸ ਤੋਂ ਇਹ ਵੀ ਖਬਰ ਜਿਹੜੀ ਹੈ ਪਤਾ ਲੱਗੀ ਹੈ ਕਿ ਹੋ ਸਕਦਾ ਦੀਪਕ ਢਿੱਲੋਂ ਬਾਹਰ ਵੀ ਕਿਤੇ ਫਰਾਰ ਹੋ ਗਿਆ ਹੋਵੇ, ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪਾਸਪੋਰਟ ਉਹਨਾਂ ਦੇ ਰੈਡੀ ਸੀ, ਗਰਲਫ੍ਰੈਂਡ ਨੇ ਪੂਰਾ ਪ੍ਰੋਸੈਸ ਉਹਨਾਂ ਨੇ ਕੀਤਾ ਹੋਇਆ ਸੀ, ਪੂਰਾ ਜਿਹੜਾ ਇੰਤਜ਼ਾਮ ਕਰਕੇ ਭੱਜੇ ਨੇ ਉਹ, ਕੋਈ ਇਹ ਨਹੀਂ ਕਿ ਐਵੇਂ ਸਹਿਜ ਸੁਭਾਅ ਲੰਘੇ, ਉਹ ਪੂਰਾ ਪਲਾਨ ਕੀਤਾ ਹੋਇਆ ਸੀ ਕਿ ਕਿਹੜੇ ਦਿਨ ਭੱਜਣਾ ਹੈ। ਤਾਂ ਹੀ 3 ਦਿਨ ਪਹਿਲਾਂ ਨਹੀਂ ਭੱਜਿਆ, ਤਾਂ ਹੀ ਉਹ ਚੌਥੇ ਦਿਨ ਦੁਬਾਰਾ ਜੋ ਜਾਂਦਾ ਉਦੋਂ ਭੱਜਦਾ। ਪਰ ਇਹ ਵੀ ਬੜੀ ਜਿਸ ਤਰੀਕੇ ਦੇ ਨਾਲ ਮਹਿਕਮੇ ਦੇ ਉੱਪਰ ਸਵਾਲ ਖੜੇ ਹੋ ਰਹੇ ਆ ਕਿ ਆਖਿਰ ਇੱਕ ਪੁਲਿਸ ਮੁਲਾਜ਼ਮ ਜਿਹੜਾ ਕਿ ਹੱਸਦਾ ਹੋਇਆ ਨਜ਼ਰ ਆਉਂਦਾ, ਪੁਲਿਸ ਮੁਲਾਜ਼ਮ ਸਾਫ਼ ਤੌਰ ਤੇ ਜਿਹਨੇ ਪੂਰਾ ਸਾਜ਼ਿਸ਼ ਦੇ ਤਹਿਤ ਭਜਾਇਆ, 120 ਦੇ ਤਹਿਤ ਉਸ ਨੂੰ ਵੀ ਹੋਰ ਲੋਕਾਂ ਨੂੰ ਵੀ ਨਾਮਜ਼ਦ ਉਸ ਕੇਸ ਦੇ ਵਿੱਚ ਕੀਤਾ ਗਿਆ ਕਿ ਸਾਜ਼ਿਸ਼ ਕਰਕੇ ਇਸ ਨੂੰ ਪੂਰਾ ਭਜਾਇਆ ਗਿਆ। ਪਰ ਇਹ ਦਾਲ ਚ ਕਾਲਾ ਨਹੀਂ ਸੀ, ਜਿਵੇਂ ਕੱਲ ਐਸਐਸਪੀ ਮਾਨਸਾ ਵੀ ਦੱਸ ਰਹੇ ਸੀ ਕਿ ਇਹ ਪੂਰੀ ਦਾਲ ਹੀ ਕਾਲੀ ਸੀਗੀ, ਕਿਉਂਕਿ ਜਿਸ ਤਰੀਕੇ ਨਾਲ ਪੂਰੀ ਕਹਾਣੀ ਰਚੀ ਜਾਂਦੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਜ਼ਿੰਮੇਵਾਰੀ ਸੀ, ਉਹਨਾਂ ਪੁਲਿਸ ਮੁਲਾਜ਼ਮਾਂ ਨੇ ਇੰਟੈਰੋਗੇਟ ਤਾਂ ਕੀ ਕਰਨਾ ਸੀ, ਉਹਨਾਂ ਨੇ ਹੀ ਉਸ ਨੂੰ ਸਾਜ਼ਿਸ਼ ਦੇ ਤਹਿਤ ਭਜਾਇਆ ਜਾਂ ਫਿਰ ਉਸ ਨੂੰ ਠਾਰ ਮੁਹੱਈਆ ਕਰਾਉਂਦੇ ਰਹੇ, ਬਾਹਰ ਰੋਕਣ ਵਾਸਤੇ ਗਰਲਫ੍ਰੈਂਡ ਦੇ ਨਾਲ ਮਿਲਾਉਂਦੇ ਰਹੇ। ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਆ। ਪਰ ਇਸ ਦੇ ਵਿੱਚ ਇਹ ਜ਼ਰੂਰ ਦਾਅਵਾ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ, ਸਰਕਾਰ ਦੇ ਵੱਲੋਂ, ਮਨਦੀਪ, ਕਿ ਅਸੀਂ ਅਰੈਸਟ ਕਰ ਲਾਂਗੇ ਜਲਦੀ। ਹੁਣ ਦੇਖਣਾ ਅਰੈਸਟ ਕਦੋਂ ਹੁੰਦੀ ਆ। ਪਰ ਇਹ ਜਿਹੜੀਆਂ ਗੱਲਾਂ, ਇਹ ਬਿਆਨ ਜਿਹੜਾ ਗੈਂਗਸਟਰ ਦੀਪਕ ਢਿੱਲੋਂ ਪੁਲਿਸ ਨੂੰ ਦੇ ਕੇ ਗਿਆ ਫਰਾਰ ਹੋਣ ਤੋਂ ਪਹਿਲਾਂ, ਇਹ ਵਾਕਈ ਹੋਸ਼ ਉਡਾਉਣ ਵਾਲੀਆਂ ਗੱਲਾਂ ਨੇ ਔਰ 44 ਪਰਚੇ ਦਰਜ ਨੇ ਜਿਸ ਤਰੀਕੇ ਦੇ ਨਾਲ। ਤਾਂ ਇਹਨਾਂ ਨੇ ਉਹ ਲੋਕ ਨਹੀਂ ਬਖਸ਼ੇ ਜਿਹੜੇ ਜਿਸ ਨੇ ਪਹਿਲਾ ਪਰਚਾ ਕਰਵਾਇਆ, ਯਾਨੀ ਕਿ ਦੁਸ਼ਮਣੀਆਂ ਉਹਨਾਂ ਲੋਕਾਂ ਦੇ ਨਾਲ ਕੱਢ ਲਈਆਂ। ਦੁਸ਼ਮਣੀਆਂ ਇਹ ਨਹੀਂ ਕਿ ਲੱਤਾਂ ਬਾਹਾਂ ਤੋੜਤੀਆਂ, ਉਹਨਾਂ ਦਾ ਕਤਲ ਹੀ ਕਰ ਦਿੱਤਾ ਗਿਆ, ਛੋਟੀਆਂ ਗੱਲਾਂ ਨੂੰ ਲੈ ਕੇ ਵੀ ਕਤਲ ਕੀਤੇ। ਤਾਂ ਦੇਖਣਾ ਇਸ ਕੇਸ ਦੇ ਵਿੱਚ ਬਣਦਾ ਅੱਗੇ ਕੀ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਨਿਆਂ ਦੀ ਮੰਗ ਕਰ ਰਹੇ ਆ ਔਰ ਲਗਾਤਾਰ ਅਸੀਂ ਇਸ ਤਰ੍ਹਾਂ ਦੀ ਰਿਪੋਰਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਮੈਨੂੰ ਤੇ ਮਨਦੀਪ ਜੋਤ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।